ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ ਕਿਰਪਾ ਕੀਤੀ, ਸਤ ਸੰਗਤ ਦੀ ਫਿਰ ਸਾਨੂੰ ਘੜੀ ਬਖਸ਼ੀ। ਜਿਸ ਤਰੀਕੇ ਨਾਲ ਅਸੀਂ ਅਭਿਆਸ ਕਰ ਰਹੇ ਹਾਂ, ਸਾਸ ਗਰਾਸ ਸਿਮਰਨ, ਸਾਸ ਸਿਮਰਨ, ਅਸੀਂ ਪਾਉਣ ਦਾ ਇਸਤੇਮਾਲ ਕਰ ਰਹੇ ਹਾਂ ਇਸ ਤਰੀਕੇ ਦੇ ਨਾਲ ਕਿ ਸਾਡਾ ਜਿਹੜਾ ਮਨ ਆ ਇਸੇ ਪਾਉਣ ਦੇ ਵਿੱਚ ਸਮਾ ਜਾਏ, ਨਾਲ ਸ਼ਬਦ ਨਾਲ ਫਿਰ ਜੋੜ ਕੇ ਬਾਅਦ 'ਚ ਪਾਉਣ ਤੋਂ ਵੱਖ ਹੋ ਕੇ ਆਪਣੇ ਘਰ ਵਿੱਚ ਬੈਠ ਜਾਏ, ਜਿੱਥੇ ਮਹਾਰਾਜ ਫਰਮਾਉਂਦੇ ਨੇ ਕਿ ਸਾਡਾ ਅਸਲੀ ਘਰ ਬਾਹਰ ਆ, ਸੁੰਨ, ਜਿੱਥੇ ਮਨ ਫੁਰਨਿਆਂ ਤੋਂ, ਵਿਚਾਰਾਂ ਤੋਂ ਰਹਿਤ ਹੋ ਜਾਂਦਾ ਆ। ਅਤੇ ਮਹਾਰਾਜ ਫਰਮਾਉਂਦੇ ਨੇ ਗੁਰਬਾਣੀ 'ਚ, ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾਧ ਸੱਚੇ ਘਰ ਬਾਹਰਾ, ਨਾਨਕ ਨਿਰਮਲ ਨਾਦ ਸ਼ਬਦ ਧੁਨ, ਸਚ ਰਾਮੇ ਨਾਮ ਸਮਾਇੰਦਾ। ਕਿ ਉਸ ਸੁਨ ਦੇ ਵਿੱਚ, ਸਾਡੇ ਘਰ ਵਿੱਚ ਰਾਮ ਦਾ ਨਾਮ ਚੱਲ ਰਿਹਾ ਹੈ। ਉਹ ਨਾਮ ਸ਼ਬਦ ਜਿਸ ਦੁਆਰਾ ਸਾਰੇ ਮਹਾਰਾਜ ਨੇ ਉਤਪਤੀ ਕੀਤੀ। ਅਤੇ ਜਦੋਂ ਅਸੀਂ ਅੰਤਰਗਤ ਦਾ ਅਭਿਆਸ ਕਰਦੇ ਹਾਂ, ਸਾਡਾ ਮਨ ਇਸ ਪਾਉਣ ਤੋਂ ਬਹੁਤ ਛੇਤੀ ਅਤੀਤ ਹੋਣ ਲੱਗ ਪੈਂਦਾ। ਕਈ ਗੁਰਮੁਖ ਜਨ, ਉਹਨਾਂ ਅਭਿਆਸ ਨਹੀਂ ਕੀਤਾ ਹੁੰਦਾ, ਉਹਨਾਂ ਨੂੰ ਲੋੜ ਪੈ ਜਾਂਦੀ ਬੋਲ ਕੇ ਅਭਿਆਸ ਕਰਨਾ, ਪਰ ਆਖਰਕਾਰ ਕੋਸ਼ਿਸ਼ ਇਹ ਕਰਨੀ ਹੁੰਦੀ ਅਸੀਂ ਕਿ ਅਭਿਆਸ ਕਰਦੇ ਕਰਦੇ ਬਸੰਤੀ ਬਾਣੀ ਤੱਕ ਪਹੁੰਚਣਾ, ਜਿੱਥੇ ਸਿਰਫ ਸੁਰਤੀ ਦੁਆਰਾ ਅਭਿਆਸ ਚੱਲੀ ਜਾਏ। ਜਦੋਂ ਅਸੀਂ ਸੰਗਤ ਵਿੱਚ ਬੈਠਦੇ ਹਾਂ, ਸੰਗਤ ਦੇ ਨਾਲ ਅਭਿਆਸ ਕਰ ਰਹੇ ਹਾਂ, ਉਦੋਂ ਤਾਂ ਬੋਲ ਕੇ ਕਰਨਾ ਆ, ਨਾਲ ਰਲ ਕੇ ਅਭਿਆਸ ਕਰਨਾ ਹੈ। ਪਰ ਜਦੋਂ ਅਸੀਂ ਅਭਿਆਸ ਇਕਾਂਤ ਵਿੱਚ ਕਰ ਰਹੇ ਹੁੰਦੇ ਹਾਂ, ਇਕੱਲੇ ਬੈਠ ਕੇ ਕਰ ਰਹੇ ਹਾਂ, ਉਦੋਂ ਅਸੀਂ ਫਿਰ ਆਪ ਇਹ ਵਿਧੀਆਂ ਅਪਣਾ ਸਕਦੇ। ਭਾਵੇਂ ਬੈਖਰੀ ਬਾਣੀ ਵਿੱਚ ਜਾਪ ਕਰਦੇ ਹਾਂ, ਮਧਮਾ ਵਿੱਚ ਕਰਦੇ ਹਾਂ, ਬਸੰਤੀ ਵਿੱਚ, ਅਸੀਂ ਪਹਿਲਾਂ ਦੇਖਣਾ ਹੁੰਦਾ ਕਿ ਸਾਡਾ ਮਨ ਕਿਸ ਤਰੀਕੇ ਨਾਲ ਟਿਕਾਓ ਦੇ ਵਿੱਚ ਆਉਂਦਾ ਹੈ। ਜਦੋਂ ਅਭਿਆਸ ਇਸ ਤਰੀਕੇ ਨਾਲ ਕਰਾਂਗੇ, ਬੈਖਰੀ ਵਿੱਚ, ਮਧਮਾ ਵਿੱਚ, ਬਸੰਤੀ ਵਿੱਚ, ਸਾਨੂੰ ਫਿਰ ਪਤਾ ਲੱਗਣ ਲੱਗ ਪੈਂਦਾ ਕਿ ਮੈਨੂੰ ਵਿਚਾਰ ਇੱਥੇ ਜ਼ਿਆਦਾ ਆਉਂਦੇ ਆ। ਬੈਖਰੀ ਦੇ ਵਿੱਚ ਮੈਂ ਹਜੇ ਕਰੀ ਜਾਵਾਂ, ਥੋੜ੍ਹਾ ਜਿਹਾ ਉੱਚੀ ਹੋਰ ਕਰ ਲਵਾਂ। ਜਾਂ ਮਧਮਾ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਮਧਮਾ ਦੇ ਵਿੱਚ ਕਰਦਾ ਹਾਂ ਅਭਿਆਸ, ਪਰ ਥੋੜ੍ਹੇ ਵਿਚਾਰ ਆਉਂਦਾ, ਮੁੜ ਕੇ ਬੈਖਰੀ 'ਤੇ ਆ ਜਾਵਾਂ। ਜਾਂ ਜੇ ਅਸੀਂ ਸੁਰਤੀ ਦੁਆਰਾ ਅਭਿਆਸ ਕਰਦੇ ਹਾਂ, ਕਈ ਵਾਰੀ ਸਾਨੂੰ ਐਸੇ ਮਹਿਸੂਸ ਹੋਣ ਲੱਗ ਪੈਂਦਾ ਕਿ ਅੰਤਰਗਤ ਮੈਨੂੰ ਵਿਚਾਰ ਜ਼ਿਆਦਾ ਆਉਂਦੇ ਆ, ਹਜੇ ਮੈਂ ਬੋਲ ਕੇ ਕਰ ਲਵਾਂ। ਇੱਦਾਂ ਸਲੋਲੀ ਬਟ ਸ਼ੋਰਲੀ ਸਾਡਾ ਜਿਹੜਾ ਅਭਿਆਸ ਬਣ ਜਾਂਦਾ ਹੈ, ਅਤੇ ਫਿਰ ਅਸੀਂ ਆਖਰਕਾਰ ਬਸੰਤੀ ਬਾਣੀ 'ਤੇ ਟਿਕ ਕੇ ਅਭਿਆਸ ਕਰਨ ਹੀ ਲੱਗ ਪੈਂਦੇ ਹਾਂ। ਸਾਡਾ ਜਿਹੜਾ ਮਨ ਆ ਉਹ ਅੰਤਰਗਤ ਫਿਰ ਇਸ ਸ਼ਬਦ ਨੂੰ ਵਸਾ ਲੈਂਦਾ। ਜਦੋਂ ਅਸੀਂ ਪਰਮਾਤਮਾ ਨੂੰ ਅੰਦਰ ਵਸਾਉਂਦੇ ਹਾਂ, ਉਹਨਾਂ ਦੇ ਸ਼ਬਦ ਨੂੰ, ਗੁਰਮੰਤਰ ਨੂੰ ਅੰਦਰ ਵਸਾਉਂਦੇ ਹਾਂ, ਅਤੇ ਫਿਰ ਉਹਨਾਂ ਦਾ ਜੋ ਨਾਮ ਅੰਤਰਗਤ ਚੱਲ ਰਿਹਾ ਉਹਨੂੰ ਮਨ ਵਿੱਚ ਵਸਾਉਂਦੇ ਹਾਂ। ਸਮਝੋ ਕਿ ਸਾਡਾ ਮਨ ਜਿਹੜਾ ਆ ਇਹ ਆਪਣੇ ਘਰ ਵਿੱਚ ਬੈਠਣ ਜੋਗਾ ਹੋ ਗਿਆ। ਇਹ ਹੁਣ ਪਰਮਾਤਮਾ ਦੇ ਵਿੱਚ, ਨਾਮ ਵਿੱਚ ਸਮਾ ਕੇ ਸਦੀਵੀ ਥਿਰ ਹੋ ਜਾਏਗਾ। ਮਹਾਰਾਜ ਫਰਮਾਉਂਦੇ ਨੇ ਕਿ ਇੱਕ ਤਾਂ ਹੈ ਉਪਦੇਸ਼, ਜਿਹੜਾ ਗੁਰੂ ਦਾ, ਸਤਿਗੁਰੂ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਆ, ਉਹਨੂੰ ਵੀ ਅਸੀਂ ਆਪਣੇ ਹਿਰਦੇ ਵਿੱਚ ਵਸਾਉਣਾ ਹੁੰਦਾ। ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੈਵੈ, ਪਾਹੇ ਨਾ ਸਾਕੇ ਜਾਲੇ। ਫਿਰ ਮਹਾਰਾਜ ਕਹਿੰਦੇ ਆ ਕਿ ਜਿਹੜਾ ਗੁਰਮੰਤਰ ਆ, ਅਸੀਂ ਜਿਹੜਾ ਉਚਾਰਨ ਕਰਦੇ ਹਾਂ ਆਪਣੇ ਮੁੱਖ ਦੁਆਰਾ, ਉਹਨੂੰ ਵੀ ਅਸੀਂ ਵਸਾਉਣਾ ਅੰਦਰ। ਗੁਰਮੰਤਰ ਮਹਾਰਾਜ ਕਹਿੰਦੇ ਆ ਕਿ ਆਮ ਸੰਸਾਰ ਜਿਹੜਾ ਆ, ਸਾਰੇ ਹਰੇ ਦਾ ਨਾਮ ਜਪ ਰਿਹਾ ਆ, ਪਰ ਕੋਈ ਵਿਰਲਾ ਆ ਜਿਹੜਾ ਉਸ ਨੂੰ ਅੰਦਰ ਵਸਾਉਂਦਾ। ਜਿਹਨੂੰ ਮਹਾਰਾਜ ਕਹਿੰਦੇ ਆ, ਮੁਖੋਂ ਹਰ ਹਰ ਸਭ ਕੋ ਕਰੈ,
ਵਿਰਲੇ ਹਿਰਦੈ ਵਸਾਇਆ। ਕੋਈ ਵਿਰਲਾ ਹੁੰਦਾ ਉਹਨੂੰ ਆਪਣੇ ਮਨ 'ਚ ਵਸਾ ਲੈਂਦਾ। ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਅਸੀਂ ਵੀ ਗੁਰਮੰਤਰ ਨੂੰ ਅੰਤਰਗਤ ਵਸਾ ਲਈਏ, ਅਤੇ ਤਾਂ ਹੀ ਅਸੀਂ ਅਭਿਆਸ ਕਰਦੇ ਹਾਂ ਇਸ ਤਰੀਕੇ ਨਾਲ ਬੈਖਰੀ ਬਾਣੀ ਵਿੱਚ, ਮਧਮਾਂ ਦੇ ਵਿੱਚ। ਫਿਰ ਅਸੀਂ ਅੰਤਰਗਤ ਇਹਨੂੰ ਲੈ ਜਾਂਦੇ ਪਸੰਤੀ ਵਿੱਚ ਕਿ ਵਸ ਜਾਏ। ਜਦੋਂ ਕੋਈ ਗੱਲ ਸਾਡੇ ਮਨ 'ਚ ਵਸ ਜਾਂਦੀ, ਉਹ ਵਾਰ-ਵਾਰ ਚੇਤੇ ਆਉਂਦੀ ਹੈ। ਅਸੀਂ ਇੰਨਾ ਚਿਰ ਲਾ ਚੁੱਕੇ ਹਾਂ ਤ੍ਰੈਗੁਣਾਂ ਦੇ ਵਿੱਚ, ਜਨਮ ਜਨਮਾਂਤਰਾਂ ਦੇ ਇੱਥੇ ਆਉਂਦੇ ਹਾਂ। ਸਾਡਾ ਪਿਆਰ ਪੈ ਚੁੱਕਾ ਇੱਧਰਲੇ ਪਾਸੇ ਮਾਇਆ ਦੇ ਨਾਲ, ਜੋ ਝੂਠ ਆ, ਅਤੇ ਉਹੀ ਵਾਰ-ਵਾਰ ਮਾਇਆ ਸਾਨੂੰ ਚੇਤੇ ਆਉਂਦੀ ਹੈ। ਹੁਣ ਮਾਇਆ ਨੂੰ ਅਸੀਂ ਆਪਣੇ ਮਨ 'ਚੋਂ ਰਿਪਲੇਸ ਕਰਨਾ, ਮਾਇਆ ਨੂੰ ਅਸੀਂ ਆਪਣੇ ਮਨ 'ਚੋਂ ਕੱਢਣਾ ਆ ਕਿ ਇਹਦਾ ਪ੍ਰਭਾਵ ਸਾਡੇ ਮਨ 'ਤੇ ਨਾ ਹੋਵੇ, ਇਹ ਸਾਡੇ ਮਨ 'ਚ ਨਾ ਵਸੇ। ਇਹਦੀ ਜਗ੍ਹਾ ਪ੍ਰਮਾਤਮਾ ਅੰਦਰ ਵਸੇ, ਜੋ ਸੱਚ ਆ। ਤਾਂ ਹੀ ਫਿਰ ਜਦੋਂ ਅਸੀਂ ਉਸ ਸੱਚ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ, ਸਾਡਾ ਮਨ ਫਿਰ ਉਸ ਦੇ ਪਹਿਲਾਂ ਗੁਰਮੰਤਰ ਨੂੰ ਅਭਿਆਸ ਕਰਕੇ ਇੱਦਾਂ ਅੰਦਰ ਵਸਾਉਣ ਲੱਗ ਪੈਂਦਾ। ਗੁਰੂ ਦੇ ਬਚਨ ਜਿਹੜੇ ਆ, ਸਿੱਖਿਆ ਮਹਾਰਾਜ ਦੀ, ਉਹ ਸਾਡੇ ਅੰਦਰ ਵਸਣ ਲੱਗ ਪੈਂਦੇ ਆ। ਅਤੇ ਜਦੋਂ ਫਿਰ ਅਸੀਂ ਉਸ ਪੁਆਇੰਟ 'ਤੇ ਆ ਜਾਂਦੇ ਹਾਂ ਜਿੱਥੇ ਅੰਤਰਗਤ ਨਾਮ ਜੋ ਚੱਲ ਰਿਹਾ ਆ, ਉਹ ਸਾਡੇ ਮਨ 'ਚ ਵਸ ਜਾਂਦਾ। ਫਿਰ ਸਾਡੇ ਉਸ ਨਾਮ ਦੇ ਵਸਣ ਦੀ ਇਹ ਨਿਸ਼ਾਨੀ ਹੋ ਜਾਂਦੀ ਹੈ ਕਿ ਸਾਡੇ ਅੰਦਰ ਅਨਹਦ ਸ਼ਬਦ, ਘਨੇਰੇ ਸ਼ਬਦ ਜਿਹੜੇ ਆ, ਜੋ ਬਹੁਤ ਤਾਦਾਦ ਵਿੱਚ ਚੱਲ ਰਹੇ ਆ, ਉਹ ਹਰ ਵਕਤ ਵੱਜਣ ਲੱਗ ਪੈਂਦੇ ਆ। ਜਿਹਨੂੰ ਮਹਾਰਾਜ ਕਹਿੰਦੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਉਸ ਅਨਹਦ ਸ਼ਬਦਾਂ ਦੇ ਵਿੱਚੋਂ, ਅਨਹਦ ਬਾਣੀ ਦੇ ਵਿੱਚੋਂ ਫਿਰ ਨਾਦ ਪ੍ਰਗਟ ਹੁੰਦਾ ਆ, ਜਿਸ ਦੇ ਵਿੱਚ ਧਿਆਨ ਜਦੋਂ ਜੁੜ ਜਾਂਦਾ, ਅਸੀਂ ਉਸ 'ਚ ਸਮਾ ਕੇ ਹਰੀ ਦੇ ਸਨਮੁਖ ਹੁੰਦੇ ਆ, ਜਿਹਨੂੰ ਮਹਾਰਾਜ ਕਹਿੰਦੇ ਅਨਹਦ ਬਾਣੀ ਨਾਦ ਵਜਾਇਆ। ਜਦੋਂ ਅਸੀਂ ਉਸ ਨਾਦ ਵਿੱਚ ਸਮਾ ਕੇ ਹਰੀ ਦੇ ਸਨਮੁਖ ਹੁੰਦੇ ਹਾਂ, ਉਸ ਸੱਚ ਨੂੰ ਫਿਰ ਵੇਖ ਵੇਖ ਕੇ ਅਸੀਂ ਉਸ ਪ੍ਰਮਾਤਮਾ ਦੀ ਸੇਵਾ ਕਰਦੇ ਹਾਂ, ਜੋ ਪ੍ਰਕਾਸ਼ ਰੂਪ ਆ। ਅਤੇ ਮਹਾਰਾਜ ਕਹਿੰਦੇ ਉਹ ਸੱਚ ਫਿਰ ਸਾਡੇ ਮਨ ਵਿੱਚ ਵਸਦਾ। ਜਦੋਂ ਸੱਚ ਪ੍ਰਮਾਤਮਾ ਸਾਡੇ ਮਨ ਵਿੱਚ ਵਸ ਜਾਏ, ਅਤੇ ਮਹਾਰਾਜ ਕਹਿੰਦੇ ਸੱਚਾ ਸਾਹਿਬ ਮਨ ਵਸੈ, ਤਾਂ ਮਨ ਚਿੰਦਿਆ ਫਲ ਪਾਏ। ਨਾਨਕ ਤਿਨ ਕਾ ਆਖਿਆ ਆਪ ਸੁਣੇ, ਜੇ ਲੈਨ ਪੰਨੈ ਪਾਏ। ਕਿ ਜਦੋਂ ਪਰਮਾਤਮਾ ਸਾਡੇ ਮਨ 'ਚ ਵਸ ਜਾਏ ਨਾ, ਜੋ ਵੀ ਸਾਡੀਆਂ ਇੱਛਾਵਾਂ ਨੇ ਉਹ ਸਾਨੂੰ ਫਲ ਮਿਲ ਜਾਂਦਾ। ਜੋ ਸਾਡੀਆਂ ਇੱਛਾਵਾਂ ਨੇ ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ। ਨਾਨਕ ਤਿਨ ਕਾ ਆਖਿਆ ਆਪ ਸੁਣੇ, ਜੇ ਲੈਨ ਪੰਨੈ ਪਾਏ। ਕਿ ਫਿਰ ਉਸ ਗੁਰਮੁਖ ਜਨ ਦੇ ਜਿਹੜੇ ਬਚਨ ਹੁੰਦੇ ਆ, ਗੁਰਮੁਖਾਂ ਦੇ ਜਿਹੜੇ ਉਹਨਾਂ ਦੇ ਇੱਛਾਵਾਂ ਹੁੰਦੀਆਂ ਆ, ਕੋਈ ਅਰਦਾਸ ਕਰਦਾ ਆ, ਪਰਮਾਤਮਾ ਆਪ ਬੜੇ ਧਿਆਨ ਨਾਲ ਉਹਨਾਂ ਦੀ ਗੱਲ ਸੁਣਦੇ ਆ। ਤਾਂ ਮਹਾਰਾਜ ਨੇ ਕਹਿ ਦਿੱਤਾ, ਉਹ ਗੁਰਮੁਖ ਜਨ ਹਮੇਸ਼ਾ ਹੀ ਸਨਮੁਖ ਹੁੰਦੇ ਆ ਪਰਮਾਤਮਾ ਦੇ। ਉਹਨਾਂ ਨੇ ਨਾਮ ਨੂੰ ਹਾਸਲ ਕਰ ਲਿਆ, ਨਾਮ ਦੀ ਦਾਤ ਲੈ ਲਈ ਪਰਮਾਤਮਾ ਪਾਸੋਂ। ਅਤੇ ਜੇ ਕੋਈ ਉਹਨਾਂ ਦੀ ਹੋਰ ਵੀ ਇੱਛਾ ਹੁੰਦੀ ਹੈ ਕਦੇ, ਅੱਵਲ ਤਾਂ ਉੱਥੇ ਹਮੇਸ਼ਾ ਹੀ ਸੰਤੋਖ ਆ ਜਾਂਦਾ ਹੈ। ਕੋਈ ਹੁੰਦਾ ਹੈ ਕਈ ਵਾਰੀ ਗੁਰਮੁਖ ਕੋਈ ਜਨ ਕੋਈ ਖਾਸ ਕੋਈ ਚੀਜ਼ ਚਾਹੁੰਦਾ ਆ, ਉਹ ਮਾਤਾ ਪਿਤਾ ਕੋਲੋਂ ਮੰਗ ਲੈਂਦਾ ਅਰਦਾਸ ਕਰਕੇ। ਅਤੇ ਮਹਾਰਾਜ ਦੱਸਦੇ ਨੇ ਕਿ ਉਹ ਪ੍ਰਮਾਤਮਾ ਉਹਨਾਂ ਦੀ ਗੱਲ ਬਹੁਤ ਨਜ਼ਦੀਕ ਹੋ ਕੇ ਸੁਣਦਾ ਹੈ, ਬੜੇ ਧਿਆਨ ਨਾਲ। ਅਤੇ ਜਦੋਂ ਇਹਦਾ ਧਿਆਨ ਨਾਲ ਉਹ ਸੁਣਦੇ ਆ, ਫਿਰ ਮਹਾਰਾਜ ਉਹਦੀ ਹਰੇਕ ਗੱਲ ਪੂਰੀ ਕਰਦੇ ਆ ਕਿ ਮੇਰੇ ਬੱਚੇ ਨੂੰ ਕੋਈ ਘਾਟ ਨਾ ਰਵੇ। ਤਾਂ ਮਹਾਰਾਜ ਕਹਿੰਦੇ ਬਿਰਥਾ ਕਦੇ ਨਾ ਹੋਵੇ ਜਨ ਕੀ ਅਰਦਾਸ। ਤਾਂ ਹੀ ਜਿਹੜੇ ਜਨ ਆ, ਗੁਰਮੁਖ ਜਨ, ਉਹਨਾਂ ਦੀ ਜਿਹੜੀ ਅਰਦਾਸ ਹੁੰਦੀ ਆ, ਰਜ਼ੋਈ ਹੁੰਦੀ ਆ, ਉਹ ਕਦੇ ਵਿਅਰਥ ਨਹੀਂ ਜਾਂਦੀ। ਮਹਾਰਾਜ ਹਰੇਕ ਉਹਨਾਂ ਦੀ ਇੱਛਾ ਪੂਰੀ ਕਰਦੇ ਆ। ਹੁਣ ਜਿਉਂ-ਜਿਉਂ ਅਸੀਂ ਅਭਿਆਸ ਕਰਦੇ ਹਾਂ, ਇਹ ਤਾਂ ਹੈ ਕਿ ਸਾਡੇ ਮਨ 'ਚ ਸੰਤੋਖ ਵੱਧ ਜਾਂਦਾ। ਕੋਈ ਇੱਛਾਵਾਂ ਉੱਦਾਂ ਘੱਟ ਹੀ ਹੁੰਦੀਆਂ ਗੁਰਮੁਖ ਜਨਾਂ ਦੀਆਂ। ਅਤੇ ਖਾਸ ਕਰਕੇ ਜਦੋਂ ਅਸੀਂ ਉਸ ਅਵਸਥਾ 'ਤੇ ਜਾਂਦੇ ਹਾਂ, ਉੱਥੇ ਵੀ ਫੁਰਨਾ ਵੀ ਬਹੁਤ ਕੋਈ ਘੱਟ ਹੀ ਹੁੰਦਾ ਆ। ਅਤੇ
ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਇੱਕ ਜਗ੍ਹਾ 'ਤੇ ਗੁਰਬਾਣੀ 'ਚ ਇਹ ਵੀ ਦੱਸਿਆ ਕਿ ਜਿਵੇਂ ਇੱਕ ਢਾਡੀ ਵਿਚਾਰ ਕਰਦਾ ਹੁੰਦਾ ਕਿ ਜਿਹੜਾ ਦਰ 'ਤੇ ਸੇਵਾ ਕਰਦਾ ਹੋਵੇ, ਦਰ 'ਤੇ ਸੇਵਾ ਕਰਦਾ ਹੈ ਅਤੇ ਮਹਾਰਾਜ ਕਹਿੰਦੇ ਕਿ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨਾ ਆਵੇ। ਕਹਿੰਦੇ ਕਿ ਐਸਾ ਢਾਡੀ ਦੀ ਐਗਜ਼ੈਂਪਲ ਦਿੰਦੇ ਆ ਕਿ ਉਹ ਦਰ 'ਤੇ ਪ੍ਰਮਾਤਮਾ ਦੀ ਸੇਵਾ ਕਰਦਾ। ਢਾਡੀ ਉਹਨੂੰ ਕਹਿ ਦਿੱਤਾ ਜਿਹੜਾ ਹਰੀ ਦੀ ਉਸਤਤ ਕਰਦਾ ਆ, ਹਰੀ ਦੀ ਉਸਤਤ ਕਰਦਾ, ਇੱਕ ਹੀ ਹਰੀ ਨਾਲ ਜੁੜਿਆ ਹੋਇਆ ਆ। ਜਿਹਨੂੰ ਮਾਰੇ ਕਹਿੰਦੇ ਢਾਡੀ ਤਿਸ ਨੂੰ ਆਖੇ ਜੇ ਖਸਮੇ ਧਰੇ ਪਿਆਰ, ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ। ਔਰ ਦਰ 'ਤੇ ਖੜ ਕੇ ਸੇਵਾ ਕਰਦਾ ਪ੍ਰਮਾਤਮਾ ਦੀ ਅਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ। ਅਤੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨਾ ਆਵੇ। ਕਹਿੰਦੇ ਕਿ ਉਹਦੀ ਅਵਸਥਾ ਐਸੀ ਹੋ ਗਈ ਕਿ ਜਦੋਂ ਸਨਮੁਖ ਹੋਇਆ ਪ੍ਰਮਾਤਮਾ ਦੇ ਕਿ ਉਹਦੇ ਦੁੱਖ ਅਤੇ ਭੁੱਖ ਸਾਰੇ ਉੱਥੇ ਮਿਟ ਗਏ। ਉਹਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਮੰਗਾਂ ਕੀ। ਕਈ ਵਾਰੀ ਮਹਾਰਾਜ ਦੱਸਦੇ ਨੇ ਇੱਦਾਂ ਗੁਰਬਾਣੀ ਦੇ ਵਿੱਚ ਗੁਰਮੁਖਾਂ ਦੀ ਐਸੀ ਅਵਸਥਾ ਹੋ ਜਾਂਦੀ ਹੈ ਕਿਉਂਕਿ ਮਹਾਂ ਸੰਤੋਖ ਉਹਨਾਂ ਨੂੰ ਆ ਜਾਂਦਾ ਹੈ। ਅਤੇ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਅਭਿਆਸ ਕਰਦੇ ਹਾਂ, ਸੰਤੋਖ ਸਾਡੇ ਮਨ ਨੂੰ ਆਉਂਦਾ ਤਾਂ ਬਹੁਤ ਆ। ਕੋਈ ਵਿਰਲੇ ਹੁੰਦੇ ਆ ਗੁਰਮੁਖ ਜਿਹੜੇ ਫਿਰ ਕੋਈ ਵੀ ਇੱਛਾ ਚਾਹੁੰਦੇ ਆ, ਜਿਵੇਂ ਕਿ ਬੱਚਾ ਹੁੰਦਾ ਮਾਤਾ ਪਿਤਾ ਦਾ, ਕਈ ਬੱਚਿਆਂ ਦਾ ਬਾਲਾ ਹੀ ਸੰਤੋਖੀ ਸੁਭਾਅ ਹੁੰਦਾ ਆ, ਅਤੇ ਜਿਉਂ ਜਿਉਂ ਅਸੀਂ ਇਸ ਮਾਰਗ 'ਤੇ ਚੱਲਾਂਗੇ ਸਾਡਾ ਵੀ ਸੰਤੋਖੀ ਸੁਭਾਅ ਹੋ ਜਾਂਦਾ ਹੈ। ਪਰ ਕੋਈ ਹੋ ਸਕਦਾ ਕੋਈ ਗੁਰਮੁਖ ਦੀ ਕੋਈ ਇੱਛਾ ਹੋਵੇ ਕਿ ਮੈਨੂੰ ਆਹ ਫਲਾਨੀ ਚੀਜ਼ ਜ਼ਰੂਰ ਚਾਹੀਦੀ ਹੈ। ਉੱਦਾਂ ਤਾਂ ਪ੍ਰਮਾਤਮਾ ਜਾਣਦਾ ਹੀ ਆ ਕਿ ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੇ ਅਰਦਾਸ, ਕਿ ਪ੍ਰਮਾਤਮਾ ਹਰੇਕ ਆਪਣੇ ਬੱਚੇ ਦੀ ਮਾਤਾ ਪਿਤਾ ਲੋੜ ਸਮਝਦਾ ਕਿ ਇਹਨੂੰ ਆਹ ਚੀਜ਼ ਦੀ ਜ਼ਰੂਰਤ ਆ। ਅਤੇ ਬੱਚਾ ਕਈ ਵਾਰੀ ਉਹ ਫਿਰ ਵੀ ਚਾਹੁੰਦਾ ਹੈ ਕਿ ਮੈਂ ਫਲਾਨੀ ਖਾਸ ਚੀਜ਼ ਮੰਗਾਂ, ਉਹ ਪ੍ਰਮਾਤਮਾ ਤੋਂ ਲੈ ਸਕਦਾ ਹੈ। ਤਾਂ ਜਿਹੜੇ ਭਗਤ ਜਨ ਹੋਏ ਉਹਨਾਂ ਨੇ ਸਭ ਤੋਂ ਪਹਿਲਾਂ ਨਾਮ ਦੀ ਮੰਗ ਰੱਖੀ ਕਿ ਸਾਨੂੰ ਨਾਮ ਦਿਓ। ਜਦੋਂ ਨਾਮ ਹਾਸਲ ਕਰ ਲਿਆ ਉਹ ਤੋਂ ਬਾਅਦ ਫਿਰ ਉਹਨਾਂ ਨੇ ਵਚਨ ਕੀਤਾ, ਜਿਵੇਂ ਭਗਤ ਧੰਨਾ ਜੀ ਨੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਦਾਲ ਸੀਦਾ ਮੰਗੋ ਘਿਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪਨੀਆ ਸ਼ਾਦਨ ਨੀਕਾ, ਅਨਾਜ ਮੰਗੋ ਸਤ ਸੀਕਾ, ਗਊ ਪੈਸ ਮੰਗੋ ਲਾਵੇਰੀ, ਇੱਕ ਧਾਜਨ ਧੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਕਿ ਭਗਤ ਧੰਨਾ ਜੀ ਨੇ ਨਾਮ ਹਾਸਲ ਕਰ ਲਿਆ। ਉਹਨਾਂ ਨੇ ਉਸ ਨਾਮ ਨੂੰ ਹਾਸਲ ਕਰਨ ਤੋਂ ਬਾਅਦ ਉਹਨਾਂ ਦੀ ਇੱਛਾ ਸੀਗੀ ਕਿ ਮੈਨੂੰ ਆਹ ਹੋਰ ਵਸਤੂਆਂ ਮਿਲੇ, ਅਤੇ ਉਹਨਾਂ ਨੇ ਉਹ ਵੀ ਮੰਗ ਲਈਆਂ ਨਾਮ ਨੂੰ ਹਾਸਲ ਕਰਨ ਤੋਂ ਬਾਅਦ। ਹੁਣ ਦੂਜੇ ਪਾਸੇ ਰਾਵਣ ਦਾ ਐਗਜ਼ਾਮਪਲ ਦਿੱਤਾ ਹੋਇਆ ਗੁਰਬਾਣੀ ਦੇ ਵਿੱਚ ਕਿ ਰਾਵਣ ਜਿਹੜਾ ਹੈ ਉਹ ਵੀ ਭਗਤੀ ਕਰਦਾ ਸੀ। ਉਹ ਆਪਣਾ ਸੀਸ ਹੀ ਕੱਟ ਕੇ ਅਰਪਣ ਕਰ ਦਿੰਦਾ ਸੀਗਾ, ਪਰ ਉਹਨੇ ਕਦੇ ਨਾਮ ਨੂੰ ਹਾਸਲ ਕੀਤਾ ਨਹੀਂ। ਇਸ ਤਰੀਕੇ ਦੇ ਨਾਲ ਉਹਨੇ ਨਾਮ ਮੰਗਿਆ ਨਹੀਂ। ਉੱਥੇ ਜਾ ਕੇ ਉਹ ਸਿਰਫ ਦੁਨਿਆਵੀ ਪਦਾਰਥ ਮੰਗਦਾ ਰਿਹਾ। ਉਹਦੀ ਜਿਹੜੀ ਬਿਰਤੀ ਸੀਗੀ ਫਿਰ ਉਲਟ ਹੋ ਗਈ, ਉਹਦਾ ਸੁਭਾਅ ਰਾਖਸ਼ ਦੀ ਨਿਆਈ ਹੋ ਗਿਆ। ਤਾਂ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਗੁਰਬਾਣੀ ਦੇ ਵਿੱਚ ਕਿ ਸਭ ਤੋਂ ਪਹਿਲਾਂ ਅਸੀਂ ਨਾਮ ਦਾ ਧਿਆਨ ਰੱਖਣਾ ਆ ਕਿ ਸਾਨੂੰ ਨਾਮ ਪ੍ਰਾਪਤ ਹੋ ਜਾਏ। ਫਿਰ ਮਹਾਰਾਜ ਨੇ ਸਾਨੂੰ ਉਂਝ ਸਮਝਾਇਆ ਹੋਇਆ ਗੁਰਬਾਣੀ ਦੇ ਵਿੱਚ ਕਿ ਜਿਹੜਾ ਜੀਵ ਆ, ਲੋਕ ਜਿਹੜੇ ਆਏ ਇਸ ਮਾਇਆ ਦੇ ਦੇਸ਼ ਦੇ ਵਿੱਚ ਸਾਰੇ ਚਾਹੁੰਦੇ ਆ ਕੁਛ ਨਾ ਕੁਛ ਸੁੱਖ ਮਿਲੇ ਸਾਨੂੰ, ਕੋਈ ਸਾਨੂੰ ਪਦਾਰਥ ਮਿਲੇ। ਅਤੇ ਮਹਾਰਾਜ ਸਾਨੂੰ ਫਿਰ ਦੱਸਦੇ ਨੇ, ਕਹਿੰਦੇ ਕਿ ਸਾਰੀਆਂ ਇੱਛਾਵਾਂ ਨੂੰ ਪੂਰਨ ਕਰਨ ਵਾਲਾ ਪਰਮਾਤਮਾ ਆਪ ਆ। ਤਾਂ ਸਾਨੂੰ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵਿਧੀ ਮੁਤਾਬਕ ਦੱਸਿਆ ਹੋਇਆ ਕਿ ਤੁਸੀਂ ਪਰਮਾਤਮਾ ਦੇ ਸਨਮੁਖ ਹੋਵੋ। ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਸਾਰੀਆਂ ਇੱਛਾਵਾਂ ਪੂਰਨ ਕਰਨ ਵਾਲਾ ਪਰਮਾਤਮਾ ਆਪ ਆ। ਉਹ ਸਾਰੇ ਸੁੱਖਾਂ ਦਾ ਦਾਤਾ ਆ, ਉਹ ਹਰੀ ਆ, ਉਸ ਨੇ ਸਾਰੀ ਇਹ ਰਚਨਾ ਕੀਤੀ। ਪਰਮਾਤਮਾ ਮਾਲਕ ਸਾਡਾ, ਉਸ ਨੇ ਇਹ ਸਾਰੀ ਮਾਇਆ ਦਾ ਜਿਹੜਾ ਰਚਨਾ ਆ ਆਪ ਕੀਤੀ। ਉਹਨਾਂ ਨੇ ਇਸ ਨੂੰ ਬਣਾਇਆ, ਨਾਮ ਨੂੰ ਪ੍ਰਗਟ ਕਰਕੇ ਉਹਨਾਂ ਨੇ ਸਾਰਾ ਬ੍ਰਹਿਮੰਡ ਬਣਾਇਆ।
ਮਹਾਰਾਜ ਕਹਿੰਦੇ ਆ ਕਿ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ। ਕਹਿੰਦੇ ਦੂਜੇ ਨੰਬਰ 'ਤੇ ਮਾਇਆ ਜਿਹੜੀ ਆ ਇਹਨੂੰ ਬਣਾਇਆ, ਇਹਨੂੰ ਦੂਜੀ ਕਹਿ ਦਿੱਤਾ। ਜਿੱਥੇ ਦੂਜੀ ਫੈਮਿਨਨ ਫੋਰਮ ਆ ਉਹ ਮਾਇਆ ਨੂੰ ਕਿਹਾ ਹੁੰਦਾ, ਜਿੱਥੇ ਆਉਂਦਾ ਆ ਦੂਜਾ ਉਹ ਕਾਲ ਨੂੰ ਕਿਹਾ ਹੁੰਦਾ। ਉਹ ਮੈਸਕੂਲਿਨ ਫੋਰਮ ਦੇ ਵਿੱਚ ਮਹਾਰਾਜ ਬੋਲੇ, ਜਿਹਨੂੰ ਕਹਿੰਦੇ ਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ, ਉੱਥੇ ਦੂਜਾ ਕਹਿ ਦਿੱਤਾ ਕਾਲ ਨੂੰ। ਕਾਲ ਅਤੇ ਮਾਇਆ ਇਕੱਠੇ ਚੱਲਦੇ ਆ, ਅਰਥਾਤ ਕਿ ਕਾਲ ਦੇ ਅਧੀਨ ਕੀਤੀ ਹੋਈ ਹੈ ਮਾਇਆ, ਜਿਹਨੂੰ ਮਹਾਰਾਜ ਕਹਿੰਦੇ ਤ੍ਰੈਗੁਣ ਕਾਲੇ ਕੀ ਸਰਕਾਰਾ। ਅਤੇ ਕਹਿੰਦੇ ਖੰਡ ਪਤਾਲ ਦੀਪ ਸਭ ਲੋਆ ਸਭ ਕਾਲੇ ਵਸ ਆਪ ਪ੍ਰਭ ਕੀਆ, ਕਿ ਕਾਲ ਇੱਕ ਸ਼ਕਤੀ ਆ ਜਿਸ ਨੇ ਮਨ ਨੂੰ ਖਿਡਾਉਣਾ, ਜਿਹਨੂੰ ਮਹਾਰਾਜ ਕਹਿੰਦੇ ਕੌਤਕ ਕਾਲ ਇਹ ਹੁਕਮ ਪਠਾਇਆ। ਇਹਨੇ ਕੌਤਕ ਕਰਨੇ ਮਾਇਆ ਨੂੰ ਵਰਤ ਕੇ, ਕਿ ਮਨ ਜਿਹੜਾ ਆ ਉਹ ਪ੍ਰਮਾਤਮਾ ਤੋਂ ਪਾਸੇ ਰਵੇ ਅਤੇ ਇੱਧਰ ਮਾਇਆ ਦੇ ਦੇਸ਼ ਦੇ ਵਿੱਚ ਫਸਿਆ ਰਵੇ। ਇਹਦੀ ਡਿਊਟੀ ਲਾਈ ਹੋਈ ਹੈ। ਇੱਕ ਖੇਲ ਆ ਜਿਹੜਾ ਚੱਲਦਾ ਸੰਸਾਰ ਵਿੱਚ। ਅਸੀਂ ਖੇਲ ਦੇ ਵਿੱਚ ਫਸ ਨਹੀਂ ਜਾਣਾ ਇੱਥੇ, ਅਸੀਂ ਇਸ ਖੇਲ ਨੂੰ ਜਿੱਤਣਾ ਆ। ਜਿੱਤਣ ਦਾ ਤਰੀਕਾ ਇਹੀ ਹੈ ਕਿ ਮਨ ਵਿੱਚ ਪ੍ਰਮਾਤਮਾ ਨੂੰ ਵਸਾਓ ਅਤੇ ਝੂਠ ਨੂੰ ਕੱਢ ਦਿਓ ਜੋ ਮਾਇਆ ਆ। ਹੁਣ ਪ੍ਰਮਾਤਮਾ ਨੇ ਇਹ ਮਾਇਆ ਦੀ ਰਚਨਾ ਕੀਤੀ, ਸੋ ਉਹ ਕੁਦਰਤ ਤੋਂ ਨਿਰਲੇਪ ਆ, ਕੁਦਰਤ ਦੇ ਵਿੱਚ ਵਸਦੇ ਜ਼ਰੂਰ ਆ, ਜਿਹਨੂੰ ਮਾਰੇ ਕਹਿੰਦੇ ਬਲਿਹਾਰੀ ਕੁਦਰਤ ਵਸਿਆ, ਕਿ ਉਸ ਨੂੰ ਅਸੀਂ ਬਲਿਹਾਰ ਜਾਂਦੇ ਹਾਂ ਜੋ ਕੁਦਰਤ ਦੇ ਵਿੱਚ ਵਸਿਆ ਹੈ ਪ੍ਰਮਾਤਮਾ। ਪਰ ਇੱਥੇ ਮਹਾਰਾਜ ਨੇ ਸਮਝਾ ਦਿੱਤਾ ਕਿ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ, ਕਿ ਉਹਨਾਂ ਨੇ ਆਸਣ ਲਾ ਲਿਆ ਅਤੇ ਉਹ ਇਸ ਤਮਾਸ਼ੇ ਨੂੰ ਦੇਖ ਰਿਹਾ ਬੜੇ ਚਾਅ ਨਾਲ। ਇਹ ਖੇਡ ਆ ਉਹਨਾਂ ਨੇ ਬਣਾਈ ਹੋਈ। ਉਸ ਹਰੇ ਨਿਰੰਕਾਰ ਨੂੰ ਮਿਲਣਾ ਹੈ ਜਿਸ ਤੋਂ ਇਹ ਆਕਾਰ ਪ੍ਰਗਟ ਹੋਇਆ, ਜਿਹਨੂੰ ਮਹਾਰਾਜ ਕਹਿੰਦੇ ਨਿਰੰਕਾਰ ਆਕਾਰ ਹੈ ਆਪੇ। ਇਹ ਦੋਨੋਂ ਰੂਪ ਆ ਪਰਮਾਤਮਾ ਦੇ, ਇੱਕ ਹੈ ਨਿਰਗੁਣ, ਇੱਕ ਹੈ ਇਹ ਜੋ ਦ੍ਰਿਸ਼ਟਮਾਨ ਸਾਨੂੰ ਦਿਸਦਾ ਜਿਸ ਨੂੰ ਕਹਿ ਦਿੱਤਾ ਸਰਗੁਣ। ਮਹਾਰਾਜ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ, ਕਿ ਪਰਮਾਤਮਾ ਦੇ ਦੋ ਰੂਪ ਆ ਸਰਗੁਣ ਅਤੇ ਨਿਰਗੁਣ। ਅਸੀਂ ਨਿਰਗੁਣ ਨੂੰ ਮਿਲਣਾ ਜਿਸ ਤੋਂ ਇਹ ਸਰਗੁਣ ਪ੍ਰਗਟ ਹੋਏ, ਜਿਸ ਤੋਂ ਇਹ ਦ੍ਰਿਸ਼ਟਮਾਨ ਪ੍ਰਗਟ ਹੋਇਆ, ਅਸੀਂ ਉਸ ਅਦ੍ਰਿਸ਼ਟ ਪਰਮਾਤਮਾ ਨੂੰ ਮਿਲਣਾ ਹੈ। ਹੁਣ ਉਹ ਹਰੇ ਮਹਾਰਾਜ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਉਹਨਾਂ ਨੇ ਸਾਰੀ ਰਚਨਾ ਕੀਤੀ, ਉਹਨਾਂ ਦੇ ਵਸ ਹੈ ਸਭ ਕੁਛ, ਅਤੇ ਉਹਨਾਂ ਦੇ ਵਸ ਹੈ ਕਾਮ ਧੇਨ ਗਊ। ਹੁਣ ਪੁਰਾਤਨ ਸਮੇਂ ਦੇ ਵਿੱਚ, ਪੁਰਾਣੇ ਯੁੱਗਾਂ ਦੇ ਵਿੱਚ ਕਾਮ ਧੇਨ ਗਊ ਦਾ ਭੇਦ ਦਿੱਤਾ ਜਾਂਦਾ ਸੀਗਾ ਕਿ ਕਾਮ ਧੇਨ ਗਊ ਇੱਕ ਗਾਂ ਆ ਜਿਸ ਤੋਂ ਕੋਈ ਵੀ ਪਦਾਰਥ ਅਸੀਂ ਚਾਹੁੰਦੇ ਹਾਂ ਉਹ ਪ੍ਰਾਪਤ ਹੋ ਸਕਦਾ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਸਾਨੂੰ ਸਮਝਾ ਦਿੱਤਾ ਕਿ ਜਿਵੇਂ ਪਾਰਜਾਤ ਦਰੱਖਤ ਦਾ ਵੀ ਇਤਿਹਾਸ ਦੇ ਵਿੱਚ ਆਉਂਦਾ ਕਿ ਪੁਰਾਣੇ ਯੁੱਗਾਂ ਦੇ ਵਿੱਚ ਇੱਕ ਦਰੱਖਤ ਆ ਜਿੱਥੋਂ ਜੋ ਮਰਜ਼ੀ ਫਲ ਚਾਹੁੰਦੇ ਹਾਂ ਉਹ ਮਿਲ ਸਕਦਾ। ਇੱਦਾਂ ਹੀ ਕਾਮ ਧੇਨ ਗਊ ਤੋਂ ਜੋ ਮਰਜ਼ੀ ਪਦਾਰਥ ਅਸੀਂ ਚਾਹੁੰਦੇ ਅਸੀਂ ਲੈ ਸਕਦੇ, 36 ਪ੍ਰਕਾਰ ਦਾ ਭੋਜਨ। ਮਹਾਰਾਜ ਸਾਨੂੰ ਦੱਸਦੇ ਨੇ ਕਿ ਪਾਰ ਜਾਤ ਇਹੋ ਹਰ ਕੋ ਨਾਮ। ਪਾਰ ਜਾਤ ਦਰੱਖਤ ਜਿਹਨੂੰ ਸੁਰਧਰ ਵੀ ਕਹਿ ਦਿੱਤਾ ਹੈ, ਇਹ ਹਰੀ ਦਾ ਨਾਮ ਆ। ਕਾਮ ਧੇਨ ਹਰ ਹਰ ਗੁਣ ਗਾਮ, ਕਿ ਹਰੀ ਦੇ ਗੁਣ ਗਾਉਂਦੇ ਆ ਅਤੇ ਉਹ ਸਾਡੇ ਲਈ ਕਾਮ ਧੇਨ ਗਊ ਆ। ਇਹ ਦੋਨੋਂ ਪ੍ਰਮਾਤਮਾ ਦੇ ਵਸ ਨੇ। ਪ੍ਰਮਾਤਮਾ ਹੀ ਸਾਨੂੰ ਅੰਦਰੋਂ ਨਾਮ ਬਖਸ਼ਦੇ ਆ, ਜਿਹਨੂੰ ਮਾਰੇ ਕਹਿੰਦੇ ਆ ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਅਤੇ ਪ੍ਰਮਾਤਮਾ ਹੀ ਇਹ ਦਾਤ ਬਖਸ਼ਦੇ ਆ ਜਿਸ 'ਤੇ ਖੁਸ਼ ਹੁੰਦੇ ਆ ਕਿ ਉਹ ਹਰੀ ਦੀ ਉਸਤਤ ਕਰਨ ਲੱਗ ਪੈਂਦਾ ਜਿਹੜਾ ਗੁਰਮੁਖ ਜਾਣਿਆ, ਜਿਹਨੂੰ ਮਾਰੇ ਕਹਿੰਦੇ ਆ ਜੋ ਗੁਰ ਕੀ ਜਨ ਸੇਵਾ ਕਰੈ ਸੋ ਘਰ ਕੈ ਕੰਮ ਹਰ ਲਾਇਆ, ਕਿ ਉਹ ਜਨ ਗੁਰਮੁਖ ਜਨ ਜੋ ਗੁਰੂ ਦੀ ਸੇਵਾ ਕਰਦੇ ਆ ਉਹਨਾਂ ਨੂੰ ਆਪਣੇ ਘਰ ਦੇ ਕੰਮ 'ਤੇ ਲਾ ਦਿੰਦੇ ਆ, ਜੋ ਹੈ ਹਰੀ ਪ੍ਰਮਾਤਮਾ ਦੇ ਘਰ ਦੀ ਉਸਤਤ, ਅਤੇ ਉਹ ਹੈ ਕਾਮ ਧੇਨ ਗਊ। ਉਹ ਅਕਥ ਕਹਾਣੀ ਦੇ ਰੂਪ ਦੇ ਵਿੱਚ ਉਸਤਤ ਜਦੋਂ ਇੱਦਾਂ ਹੁੰਦੀ ਹੈ, ਜਾਂ ਅਸੀਂ ਗੁਰਬਾਣੀ ਨੂੰ ਗਾਇਨ ਕਰਦੇ ਹਾਂ, ਗੁਰਬਾਣੀ ਵਿੱਚ ਧਿਆਨ ਰੱਖਦੇ ਹਾਂ, ਨਾਮ ਦੇ ਦਾਇਰੇ ਦੇ ਵਿੱਚ ਆਪਣੀ ਸੁਰਤੀ ਨੂੰ ਰੱਖ ਕੇ ਉਸ ਪ੍ਰਮਾਤਮਾ ਦੀ ਉਸਤਤ ਕਰਦੇ ਹਾਂ, ਭਾਵੇਂ ਅਕਥ ਦੇ ਰੂਪ ਦੇ ਵਿੱਚ ਅਸੀਂ ਬਚਨ ਕਰਦੇ ਹਾਂ, ਸ਼ਬਦੀ ਵਿਚਾਰ ਕਰਦੇ ਹਾਂ ਫੁਰਨੇ ਤੋਂ ਰਹਿਤ ਹੋ ਕੇ, ਅਤੇ ਇਹ ਸਾਰੀ ਜਿਹੜੀ ਉਸਤਤ ਆ ਸਾਡੇ ਉਸ ਵੇਲੇ ਸਵਾਸ ਸਫਲ ਹੁੰਦੇ ਆ। ਮਹਾਰਾਜ ਕਹਿੰਦੇ ਆ ਜੋ ਤੁਹਾਨੂੰ ਮਿਲਦਾ ਆ ਜਿਵੇਂ ਨਾਮ ਜਪ ਕੇ, ਨਾਮ ਨਾਲ ਜੁੜ ਕੇ,
ਕਿ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਰਿੱਧੀਆਂ ਸਿੱਧੀਆਂ ਮਿਲਦੀਆਂ। ਜਦੋਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਪੜ੍ਹਦੇ ਹਾਂ, ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਏ ਸਾਨੂੰ ਇਹ ਗਿਆਨ ਮਿਲਦਾ ਹੈ ਕਿ ਪ੍ਰਭੂ ਦੇ ਸਿਮਰਨ ਦੇ ਨਾਲ ਸਾਨੂੰ ਰਿੱਧੀਆਂ ਸਿੱਧੀਆਂ ਮਿਲਦੀਆਂ, ਸਾਨੂੰ ਤੱਤ ਦਾ ਗਿਆਨ ਮਿਲਦਾ ਹੈ, ਸਾਡੀ ਬੁੱਧ ਵਿਵੇਕ ਹੁੰਦੀ ਹੈ। ਇੱਦਾਂ ਹੀ ਅਕਥ ਦੀ ਕਹਾਣੀ ਜਿਹੜਾ ਗੁਰਮੁਖ ਜਨ ਸੁਣਦਾ ਆ, ਮਹਾਰਾਜ ਕਹਿੰਦੇ ਅਕਥ ਕੀ ਕਥਾ ਸੁਣੇ, ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ। ਕਿ ਜਿਹੜਾ ਅਕਥ ਦੀ ਕਥਾ ਸੁਣਦਾ ਆ ਗੁਰਮੁਖ, ਜਿਹੜਾ ਵੀ ਜੀਵ ਸੁਣਦਾ ਹੈ ਅਕਥ ਦੀ ਕਹਾਣੀ, ਉਹਨੂੰ ਰਿੱਧੀਆਂ ਸਿੱਧੀਆਂ, ਵਿਵੇਕ ਬੁੱਧ, ਬ੍ਰਹਮ ਗਿਆਨ ਅਤੇ ਸਦੀਵੀ ਸੁਖ ਪ੍ਰਾਪਤ ਹੋ ਜਾਂਦਾ ਹੈ। ਇਹ ਹੈ ਹਰੀ ਦੀ ਉਸਤਤ। ਇਹ ਕਾਮ ਧਨ ਗਊ ਆ। ਜਿਹੜਾ ਹਰੀ ਦੀ ਉਸਤਤ ਕਰਦਾ ਉਹਨੂੰ ਕੋਈ ਘਾਟ ਨਹੀਂ ਰਹਿੰਦੀ, ਉਹਨੂੰ ਹਰੇਕ ਪਦਾਰਥ ਮਿਲ ਜਾਂਦਾ। ਮਹਾਰਾਜ ਸਾਨੂੰ ਸਮਝਾਉਂਦੇ ਨੇ ਫਿਰ ਗੁਰਬਾਣੀ ਦੇ ਵਿੱਚ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨ। ਮਹਾਰਾਜ ਦੱਸਦੇ ਨੇ ਕਿ ਐਸੇ ਪ੍ਰਮਾਤਮਾ ਨੂੰ ਤੁਸੀਂ ਧਿਆਓ, ਅਰਥਾਤ ਕਿ ਆਪਣੇ ਧਿਆਨ ਵਿੱਚ ਲਿਆਓ, ਉਹਨਾਂ ਨੂੰ ਚੇਤੇ ਕਰੋ। ਹਰੇਕ ਮਨ ਨੂੰ ਸਮਝਾ ਰਿਹਾ ਅਤੇ ਫਿਰ ਉਸੇ ਮਨ ਨੂੰ ਦੱਸ ਰਿਹਾ ਕਿ ਤੈਨੂੰ ਸਾਰੇ ਸੁੱਖ ਫਿਰ ਪ੍ਰਾਪਤ ਹੋ ਜਾਣਗੇ। ਫਿਰ ਉਹਨੂੰ ਕਿਵੇਂ ਚੇਤੇ ਕਰਨਾ? ਹੁਣ ਜਿੰਨਾ ਚਿਰ ਅਸੀਂ ਕਿਸੇ ਨੂੰ ਮਿਲਦੇ ਨਹੀਂ, ਉਹਨੂੰ ਚੇਤੇ ਕਿਵੇਂ ਕਰ ਸਕਦੇ? ਉਹਨਾਂ ਬਾਰੇ ਸੁਣਦੇ ਤਾਂ ਜ਼ਰੂਰ ਹੈ ਕਿ ਬਹੁਤ ਵੱਡਾ ਆ, ਸਾਡਾ ਮਾਲਕ ਬਹੁਤ ਮਹਾਨ ਆ, ਸਾਡੇ ਮਾਲਕ ਵਰਗਾ ਹੋਰ ਕੋਈ ਹੈ ਨਹੀਂ। ਅਸੀਂ ਸੁਣਦੇ ਤਾਂ ਜ਼ਰੂਰ ਹੈ, ਗੁਰਬਾਣੀ ਰਾਹੀਂ ਸਾਨੂੰ ਦੱਸਿਆ ਜਾਂਦਾ। ਗੁਰਮੁਖ ਜਨ ਜਿਹੜੇ ਆਉਂਦੇ ਆ ਤ੍ਰਿਲੋਕੀ ਦੇ ਵਿੱਚ, ਉਹ ਇਹ ਗਿਆਨ ਦਿੰਦੇ ਆ। ਫਿਰ ਉਹ ਸਾਨੂੰ ਸਮਝਾਉਂਦੇ ਨੇ ਗੁਰਮੁਖ ਜਨ ਕਿ ਉਹਦਾ ਨਾਮ ਜਪੋ। ਇਸ ਤਰੀਕੇ ਦੇ ਨਾਲ ਜਦੋਂ ਉਹਨੂੰ ਆਵਾਜ਼ ਦਓਗੇ ਨਾ, ਉਹ ਵੀ ਤੁਹਾਨੂੰ ਮੂਹਰੇ ਆਵਾਜ਼ ਦੇ ਰਿਹਾ ਅਨਹਦ ਸ਼ਬਦਾਂ ਦੇ ਰੂਪ ਦੇ ਵਿੱਚ। ਜਿਵੇਂ ਇੱਕ ਬੱਚਾ ਹਨੇਰੇ ਦੇ ਵਿੱਚ ਹੋਵੇ ਅਤੇ ਆਪਣੇ ਮਾਤਾ ਪਿਤਾ ਹੁਣ ਤਾਂ ਨਜ਼ਦੀਕ, ਉਹਨੂੰ ਪਤਾ ਨਾ ਹੋਵੇ ਕਿੱਥੇ ਆ, ਉਹਨਾਂ ਨੂੰ ਆਵਾਜ਼ ਦਿੰਦਾ, ਉਹ ਮੂਹਰੇ ਆਵਾਜ਼ ਦਿੰਦੇ ਆ ਅਤੇ ਸਹਿਜੇ ਸਹਿਜੇ ਇੱਕ ਦੂਸਰੇ ਦੀ ਆਵਾਜ਼ ਫੋਲੋ ਕਰਦੇ ਮਾਤਾ ਪਿਤਾ ਅਤੇ ਬੱਚੇ ਦਾ ਮਿਲਾਪ ਹੋ ਜਾਂਦਾ। ਇੱਦਾਂ ਹੀ ਅਸੀਂ ਸਮਝਣਾ ਕਿ ਸਾਡਾ ਮਾਲਕ ਬਹੁਤ ਨਜ਼ਦੀਕ ਆ, ਅਸੀਂ ਇਸ ਗੱਲ ਨੂੰ ਜਾਣਨਾ ਆ। ਹੁਣ ਅਸੀਂ ਉਹਨੂੰ ਦੇਖਿਆ ਨਹੀਂ ਜਿੰਨਾ ਚਿਰ ਤੱਕ, ਸਾਨੂੰ ਪਤਾ ਨਹੀਂ ਉਹ ਕਿਵੇਂ ਦਾ, ਪਰ ਅਸੀਂ ਜਦੋਂ ਉਹਨੂੰ ਆਵਾਜ਼ ਦਿੰਦੇ ਵਾਹਿਗੁਰੂ ਕਹਿ ਕੇ, ਸਾਡਾ ਮਨ ਸ਼ਾਂਤ ਹੁੰਦਾ ਹੈ ਅਤੇ ਸਾਨੂੰ ਉਹਦੀ ਆਵਾਜ਼ ਅੰਦਰੋਂ ਸੁਣਨ ਲੱਗ ਪੈਂਦੀ ਹੈ। ਫਿਰ ਉਹਦੀ ਆਵਾਜ਼ ਦਾ ਪਿੱਛਾ ਕਰਦੇ ਕਰਦੇ ਅਸੀਂ ਉਸ ਦੇ ਸਨਮੁਖ ਹੋ ਜਾਣਾ। ਫਿਰ ਅਸੀਂ ਉਸ ਨਾਲ ਮਿਲਾਪ ਕਰ ਲੈਣਾ, ਮਾਲਕ ਦੇ ਨਾਲ। ਤਾਂ ਮਹਾਰਾਜ ਕਹਿੰਦੇ ਆ, ਉਸ ਨਾਮ ਨੂੰ ਜਪੋ। ਜਪ ਮਨ ਸਤਨਾਮ ਸਦਾ ਸਤਨਾਮ। ਫਿਰ ਕੀ ਹੋਊਗਾ? ਮਹਾਰਾਜ ਦੱਸਦੇ ਨੇ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਕਹਿੰਦੇ ਤੁਹਾਡੇ ਹਲਤ ਅਤੇ ਪਲਤ, ਲੋਕ ਅਤੇ ਪਰਲੋਕ, ਇਸ ਦੇ ਵਿੱਚ ਤੁਹਾਡਾ ਜਿਹੜਾ ਮੁੱਖ ਆ ਉਹ ਉਜਲ ਹੋ ਜਾਊਗਾ। ਅਰਥਾਤ ਕਿ ਸਾਡਾ ਮੁੱਖ ਰੋਸ਼ਨੀ ਨਾਲ ਭਰ ਜਾਊਗਾ, ਸਾਡੇ ਮੁੱਖ 'ਤੇ ਖੇੜਾ ਹੋਊਗਾ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਕਹਿੰਦੇ ਉਹ ਪ੍ਰਮਾਤਮਾ ਜੋ ਮਾਇਆ ਤੋਂ ਰਹਿਤ ਹੈ, ਨਿਰੰਜਨ ਆ, ਉਸ ਨੂੰ ਨਿਤ ਰੋਜ਼ ਧਿਆਵੋ ਅਤੇ ਲੋਕ ਅਤੇ ਪਰਲੋਕ ਤੁਹਾਡਾ ਸੁਖੀ ਹੋ ਜਾਊਗਾ। ਹੁਣ ਲੋਕ ਅਤੇ ਪਰਲੋਕ, ਹਲਤ ਅਤੇ ਪਲਤ ਹੈ ਕੀ? ਹੁਣ ਜਿਨ੍ਹਾਂ ਨੂੰ ਨਹੀਂ ਭੇਦ, ਇਸ ਦੇਸ਼ ਦੇ ਵਿੱਚ ਜਿਹੜੇ ਜੀਵ ਸੁੱਤੇ ਹੋਏ ਆ, ਕਾਲ ਦੇ ਦਾਇਰੇ ਦੇ ਵਿੱਚ ਰਹਿੰਦੇ ਆ। ਕਾਲ ਨੇ ਉਹਨਾਂ ਨੂੰ ਮਾਇਆ ਦੁਆਰਾ ਸਲਾਹ ਦਿੱਤਾ, ਸ਼ੈਤਾਨ ਵੀ ਕਹਿ ਦਿੱਤਾ ਕਾਲ ਨੂੰ ਗੁਰਬਾਣੀ ਵਿੱਚ। ਉਸਨੇ ਉਹਨਾਂ ਮਨਾਂ ਨੂੰ ਸਲਾਹ ਦਿੱਤਾ। ਉਹ ਕਾਲ ਨਹੀਂ ਚਾਹੁੰਦਾ ਕਿ ਤੁਹਾਨੂੰ ਪਤਾ ਵੀ ਲੱਗੇ ਕਿ ਪਰਲੋਕ ਕੋਈ ਜਗ੍ਹਾ ਹੈ। ਸੋ ਇਹ ਜਿਹੜੇ ਸ਼ਬਦ ਆ, ਇਹਨਾਂ ਦੇ ਅਰਥ ਜਿਹੜੇ ਆ ਉਹ ਕਾਲ ਬਦਲ ਦਿੰਦਾ। ਇਸ ਤ੍ਰਿਲੋਕੀ ਦੇ ਵਿੱਚ ਲੋਕਾਂ ਨੂੰ ਸਮਝਾ ਦਿੰਦਾ ਕਿ ਇਹ ਤਾਂ ਅੱਜ ਅਤੇ ਕੱਲ੍ਹ ਨੂੰ ਕਿਹਾ ਹੈ, ਤਾਂ ਸਮੇਂ ਦੀ ਗੱਲ ਕੀਤੀ ਹੈ। ਪਰ ਸਾਨੂੰ ਗਿਆਨ ਹੋਣਾ ਚਾਹੀਦਾ, ਕਿਉਂਕਿ ਜੇ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸੰਗਤ ਕਰਦੇ ਹਾਂ ਨਾ, ਕਿ ਅਸੀਂ ਆਪਣੇ ਮਨ ਨੂੰ ਉਸ ਜਗ੍ਹਾ ਲਿਜਾ ਰਹੇ ਹਾਂ ਜਿੱਥੇ ਕੋਈ ਸਮੇਂ ਦੀ ਪਾਬੰਦੀ ਨਹੀਂ ਹੈ, ਜਿੱਥੇ ਕੋਈ ਸੀਮਾ ਆਕਾਰ ਦੀ ਪਾਬੰਦੀ ਨਹੀਂ ਹੈ। ਅਸੀਂ
ਜਾ ਰਹੇ ਹਾਂ ਵਾਪਸ ਆਪਣੀ ਸੁਰਤੀ ਨੂੰ ਲਿਜਾ ਕੇ ਉਸ ਪਰਮਾਤਮਾ ਦੇ ਸਨਮੁਖ ਕਰ ਰਹੇ ਹਾਂ ਜਿਸ ਨੇ ਇਹ ਸਾਰੀ ਰਚਨਾ ਕੀਤੀ, ਜਿਸ ਨੇ ਇਹ ਸਾਰੀ ਰਚਨਾ ਕੀਤੀ ਅਤੇ ਉਹ ਇਸ ਰਚਨਾ ਨੂੰ ਵੇਖ ਰਿਹਾ ਆ ਇਸ ਤੋਂ ਵੱਖ ਹੋ ਕੇ। ਅਸੀਂ ਉਸ ਪ੍ਰਭੂ ਨੂੰ ਧਿਆ ਰਹੇ ਹਾਂ ਅਤੇ ਲੋਕ ਇਸ ਏਰੀਏ ਨੂੰ ਕਹਿ ਦਿੱਤਾ ਜਿੱਥੇ ਮਨ ਆ ਚੁੱਕਾ ਆ, ਜਿਹਨੂੰ ਤ੍ਰਿਲੋਕੀ ਕਹਿ ਦਿੱਤਾ ਆ, ਜਿੱਥੇ ਅਸੀਂ ਤ੍ਰੈਗੁਣਾਂ ਵਿੱਚ ਆ ਗਏ ਹਾਂ। ਅਤੇ ਪਰਲੋਕ ਕਿਹਾ ਹੋਇਆ ਉਸ ਜਗ੍ਹਾ ਨੂੰ ਜੋ ਇਸ ਲੋਕ ਤੋਂ ਪਰਾਂ ਆ, ਅਰਥਾਤ ਜਿੱਥੋਂ ਸੁੰਨ ਸ਼ੁਰੂ ਹੋ ਜਾਂਦੀ ਹੈ, ਅਨਹਦ ਇਲਾਕਾ। ਲੋਕ ਅਤੇ ਪਰਲੋਕ ਸਮੇਂ ਦੀ ਨਹੀਂ ਗੱਲ ਕੀਤੀ, ਅੱਜ ਅਤੇ ਕੱਲ੍ਹ ਦੀ ਇਹ ਗੱਲ ਕੀਤੀ ਹੋਈ ਆ ਕਿ ਮਾਇਆ ਦਾ ਦੇਸ਼ ਜਿਸ ਦੇ ਵਿੱਚ ਅਸੀਂ ਆਏ ਹੋਏ ਹਾਂ, ਅਤੇ ਪਰਲੋਕ ਕਹਿ ਦਿੱਤਾ ਉਸ ਨੂੰ ਜੋ ਮਾਇਆ ਤੋਂ ਉੱਪਰ ਆ, ਜੋ ਸਾਡਾ ਅਸਲੀ ਘਰ ਆ, ਜਿੱਥੋਂ ਅਸੀਂ ਸਾਰੇ ਓਰੀਜਨਲੀ ਆਏ। ਮਹਾਰਾਜ ਨੇ ਦੱਸਿਆ ਸਾਨੂੰ ਗੁਰਬਾਣੀ ਦੇ ਵਿੱਚ ਕਿ ਜਿਹੜਾ ਜੀਵ ਆ ਇਸ ਸੰਸਾਰ ਵਿੱਚ ਆਇਆ ਆ ਅਤੇ ਇਹ ਇੱਕ ਖੇਲ ਆ ਜੋ ਪਰਮਾਤਮਾ ਨੇ ਆਪ ਹੀ ਰਚੀ ਹੋਈ ਆ। ਅਤੇ ਪਰਮਾਤਮਾ ਨੇ ਇਸ ਨੂੰ ਰਚਿਆ ਹੋਇਆ, ਮਹਾਰਾਜ ਕਹਿੰਦੇ ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕ ਹੈ, ਕਿ ਆਪਣੀ ਖੇਲ ਪਰਮਾਤਮਾ ਆਪ ਹੀ ਵੇਖ ਰਿਹਾ ਆ। ਜਦੋਂ ਉਹ ਖੇਲ ਨੂੰ ਖਤਮ ਕਰ ਦਿੰਦੇ ਆ ਅਤੇ ਇੱਕ ਹੀ ਰਹਿ ਜਾਂਦਾ ਪਰਮਾਤਮਾ, ਅਤੇ ਉਸ ਵੇਲੇ ਵੀ ਸਮਾਂ ਅਤੇ ਸੀਮਾ ਆਕਾਰ ਖਤਮ ਹੋ ਜਾਂਦਾ ਹੈ, ਸਿਰਫ ਨਿਰਾਕਾਰ ਰਹਿ ਜਾਂਦਾ। ਅਤੇ ਪਹਿਲਾਂ ਵੀ ਨਿਰਾਕਾਰ ਹੀ ਸੀ, ਅਸੀਂ ਆਕਾਰ ਦੇ ਵਿੱਚ ਹੁੰਦੇ ਹੋਏ ਉਸ ਨਿਰਾਕਾਰ ਨੂੰ ਮਿਲਣਾ ਹੈ। ਅਸੀਂ ਸਮੇਂ ਤੋਂ ਅਤੇ ਆਕਾਰ ਤੋਂ ਉੱਪਰ ਉੱਠ ਰਹੇ ਹਾਂ, ਸੁੰਨ ਵਿੱਚ ਜਾ ਰਹੇ ਹਾਂ, ਅਨਹਦ ਇਲਾਕੇ ਦੇ ਵਿੱਚ। ਸੋ ਮਹਾਰਾਜ ਨੇ ਇਹ ਭੇਦ ਦਿੱਤਾ ਸਾਨੂੰ ਗੁਰਬਾਣੀ ਦੇ ਵਿੱਚ ਕਿ ਹਲਤ ਪਲਤ ਲੋਕ ਅਤੇ ਪੁਰਲੋਕ ਦੇ ਵਿੱਚ ਸਾਡਾ ਮੁਖ ਉਜਲ ਹੋ ਜਾਊਗਾ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਓ। ਜੇ ਅਸੀਂ ਇਹਦਾ ਧਿਆਉਂਗੇ ਪ੍ਰਮਾਤਮਾ ਨੂੰ, ਸਾਡਾ ਜਿਹੜਾ ਲੋਕ ਅਤੇ ਪਰਲੋਕ ਸੁਖੀ ਹੋ ਜਾਊਗਾ ਅਤੇ ਅਸੀਂ ਹਮੇਸ਼ਾ ਹੀ ਉਜਲ ਮੁਖ ਲੈ ਕੇ ਦਰਗਾਹ ਦੇ ਵਿੱਚ ਵਸਾਂਗੇ। ਜੈ ਹਰ ਸਿਮਰਨ ਭਿਆ ਤੇ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਨਾ। ਫਿਰ ਮਹਾਰਾਜ ਦੱਸਦੇ ਆ ਕਿ ਜੇ ਅਸੀਂ ਹਰੀ ਦਾ ਸਿਮਰਨ ਕਰਦੇ ਹਾਂ ਅਤੇ ਜਿਹੜੇ ਉਪਾਧੀਆਂ ਆ ਉਹ ਖਤਮ ਹੋ ਜਾਂਦੀਆਂ। ਉਪਾਧੀਆਂ ਦਾ ਮਤਲਬ ਕਿ ਝਗੜਾ, ਕਲੇਸ਼ ਉਹ ਖਤਮ ਹੋ ਜਾਂਦਾ, ਮੁਸੀਬਤਾਂ ਜਿਹੜੀਆਂ ਆ ਉਹ ਖਤਮ ਹੋ ਜਾਂਦੀਆਂ। ਜੈ ਹਰ ਸਿਮਰਨ ਭਿਆ ਤੇ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਨਾ। ਕਹਿੰਦੇ ਕਿ ਉਸ ਦਾ ਸਿਮਰਨ ਕਰਕੇ, ਹਰੀ ਦਾ ਸਿਮਰਨ ਇਹੀ ਆ ਉਹਨਾਂ ਨੂੰ ਯਾਦ ਕਰਨਾ। ਗੁਰਮੰਤਰ ਰਾਹੀਂ ਅਸੀਂ ਯਾਦ ਕਰਦੇ ਹਾਂ ਉਹਨਾਂ ਨੂੰ, ਅਸੀਂ ਉਹਨਾਂ ਦੇ ਨਾਮ ਨਾਲ ਸੁਰਤੀ ਜੋੜ ਕੇ ਉਹਨਾਂ ਨੂੰ ਯਾਦ ਕਰ ਰਹੇ ਹਾਂ। ਸਿਮਰਨ ਇਹਨੂੰ ਕਹਿੰਦੇ ਆ ਕਿ ਪ੍ਰਮਾਤਮਾ ਨੂੰ ਹਰ ਵਕਤ ਆਪਣੇ ਚਿੱਤ ਵਿੱਚ ਲਿਆਉਣਾ। ਉਹ ਭਾਵੇਂ ਗੁਰਮੰਤਰ ਦਾ ਅਭਿਆਸ ਕਰਕੇ ਵਾਹਿਗੁਰੂ ਕਹਿ ਕੇ, ਜਾਂ ਕੋਈ ਹੋਰ ਹਰ ਕਹਿੰਦਾ ਹੈ, ਕੋਈ ਰਾਮ ਕਹਿੰਦਾ ਹੈ, ਜਾਂ ਅਸੀਂ ਉਹਨਾਂ ਦੇ ਨਾਮ ਨਾਲ ਅੰਦਰੋਂ ਜੁੜਦੇ ਹਾਂ, ਇਹ ਵੀ ਸਿਮਰਨ ਹੈ। ਜੈ ਹਰ ਸਿਮਰਨ ਪਿਆ ਤੇ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ। ਕਹਿੰਦੇ ਵੱਡੇ ਭਾਗਾਂ ਵਾਲਾ ਉਹ ਆ ਜਿਹੜਾ ਹਰੀ ਦਾ ਜਾਪ ਕਰਦਾ। ਫਿਰ ਕਹਿੰਦੇ ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਕਹਿੰਦੇ ਗੁਰੂ ਤੋਂ ਇਹ ਮੱਤ ਸਾਨੂੰ ਮਿਲੇ ਕਿ ਉਸ ਪਰਮਾਤਮਾ ਨੂੰ ਜਪ ਕੇ, ਵਾਹਿਗੁਰੂ ਵਾਹਿਗੁਰੂ ਕਰਕੇ ਅਸੀਂ ਭਵ ਸਾਗਰ ਨੂੰ, ਭਵ ਜਲ ਨੂੰ, ਤ੍ਰੈਗੁਣਾਂ ਨੂੰ ਅਸੀਂ ਤਰ ਸਕਦੇ ਹਾਂ। ਅਸੀਂ ਇਸ ਇਲਾਕੇ ਨੂੰ ਜਿੱਥੇ ਸਾਨੂੰ ਫੁਰਨੇ ਵਿਚਾਰ ਆਉਂਦੇ ਆ, ਇਸ ਤੋਂ ਅਤੀਤ ਹੋ ਸਕਦੇ ਹਾਂ, ਸੁੰਨ ਵਿੱਚ ਜਾਵਾਂਗੇ। ਇੱਥੇ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਜੀ ਕੁਦਰਤ ਦੀ ਆਰਾਧਨਾ ਕਰੋ, ਉਹਨਾਂ ਨੇ ਕਿਹਾ ਹਰੀ ਦੀ ਆਰਾਧਨਾ ਕਰੋ ਜੋ ਕੁਦਰਤ ਤੋਂ ਨਿਰਲੇ ਪਿਆ। ਇੱਥੇ ਇਹ ਨਹੀਂ ਕਿਹਾ ਕਿ ਕੁਦਰਤ ਦੇ ਨਿਯਮ ਤੁਸੀਂ ਸਿੱਖੋ ਅਤੇ ਕੁਦਰਤ ਦੇ ਸ਼ਰਤਾਂ ਪੂਰੀਆਂ ਕਰ ਦਿਓ ਅਤੇ ਤੁਹਾਨੂੰ ਇੱਛਾਵਾਂ ਮਿਲ ਜਾਣਗੀਆਂ। ਮਹਾਰਾਜ ਨੇ ਦੱਸਿਆ ਹੋਇਆ ਕਿ ਜੇ ਤੁਸੀਂ ਹਰੀ ਨਿਰਗੁਣ ਨੂੰ, ਜੋ ਕੁਦਰਤ ਤੋਂ ਉੱਪਰ ਆ, ਉਸ ਨੂੰ ਯਾਦ ਕਰੋਗੇ ਅਤੇ ਤੁਹਾਡੀਆਂ ਇੱਛਾਵਾਂ ਸਾਰੀਆਂ ਪੂਰੀਆਂ ਹੋਣਗੀਆਂ। ਕਿ ਸਾਡੇ ਵੱਸ ਇਸ ਸੰਸਾਰ ਵਿੱਚ ਕੁਛ ਨਹੀਂ ਹੈਗਾ, ਅਸਲ ਵਿੱਚ ਇਹ ਖੇਲ ਪਰਮਾਤਮਾ ਦਾ ਆ। ਹੁਣ ਜਿਹੜਾ ਜੀਵ ਆ, ਜੇ ਸੋਚੇ ਕਿ ਮੈਂ ਕੁਛ ਕਰ ਸਕਦਾ
ਅਤੇ ਇਹ ਫਿਰ ਆਪਣੀ ਮਰਜ਼ੀ ਮੁਤਾਬਕ ਚੱਲੇ ਸੰਸਾਰ ਵਿੱਚ, ਅਤੇ ਉਹ ਬਹੁਤ ਵੱਡੇ ਭੁਲੇਖੇ 'ਚ ਰਹੂਗਾ। ਕਿਉਂਕਿ ਇੱਥੇ ਸੰਸਾਰ ਵਿੱਚ ਤੁਸੀਂ ਭਾਵੇਂ ਜਿੰਨਾ ਮਰਜ਼ੀ ਵਿਗਿਆਨ ਇਕੱਤਰ ਕਰ ਲਓ, ਸਾਇੰਸ ਗਿਆਨ ਇੱਥੇ ਸੰਸਾਰ ਦਾ ਤਰਲੋਕੀ ਦਾ ਇਕੱਠਾ ਕਰ ਲਓ, ਪਰ ਤੁਹਾਡੇ ਵੱਸ ਇਸ ਦੁਨੀਆ ਦੇ ਵਿੱਚ ਫਿਰ ਵੀ ਕੁਛ ਵੀ ਨਹੀਂ। ਤਾਂ ਹੀ ਦੇਖੋ ਕਿੰਨੇ ਡਾਕਟਰ ਵੀ ਪੜ੍ਹੇ ਹੁੰਦੇ ਆ, ਸਾਇੰਟਿਸਟ ਜਿਹੜੇ ਆ ਉਹ ਕਿੰਨੇ ਪੜ੍ਹੇ ਹੁੰਦੇ ਆ, ਗਿਆਨ ਉਹਨਾਂ ਨੇ ਇਕੱਤਰ ਕਰ ਲਿਆ ਹੁੰਦਾ ਦੁਨੀਆ ਦਾ, ਪਰ ਉਹਨਾਂ ਦੇ ਮੁਤਾਬਕ ਫਿਰ ਵੀ ਦੁਨੀਆ ਨਹੀਂ ਚੱਲਦੀ। ਨਹੀਂ ਤਾਂ ਹੁਣ ਦੇਖ ਲਓ ਆ ਵਾਇਰਸ ਜਿਹੜਾ ਆਇਆ ਜਿੱਥੇ ਪੈਂਡੈਮਿਕ ਚੱਲ ਰਿਹਾ ਸੰਸਾਰ ਵਿੱਚ, ਇਹ ਸਾਰਿਆਂ ਦੀ ਇੱਛਾ ਦੇ ਬਾਵਜੂਦ ਚੱਲ ਰਿਹਾ ਹੈ, ਭਾਵੇਂ ਕੋਈ ਵੱਡਾ ਡਾਕਟਰ ਹੋਵੇ, ਸਾਇੰਟਿਸਟ ਹੋਵੇ, ਅਰਥਾਤ ਕਿ ਸਾਰਾ ਕੁਝ ਪ੍ਰਮਾਤਮਾ ਦੇ ਹੱਥ ਵਿੱਚ ਆ। ਤਾਂ ਮਹਾਰਾਜ ਕਹਿੰਦੇ ਆ, ਕਹੋ ਮਨੁੱਖ ਤੇ ਕਿਆ ਹੋਏ ਆਵੈ, ਕਿ ਜਿਹੜਾ ਮਨੁੱਖ ਆ ਉਹ ਕੀ ਕਰ ਸਕਦਾ ਹੈ। ਜੋ ਪ੍ਰਮਾਤਮਾ ਨੂੰ ਭਾਉਂਦਾ ਉਹੀ ਹੁੰਦਾ ਹੈ, ਜੋ ਤਿਸ ਭਾਵੈ ਸੋਈ ਕਰਾਵੈ। ਜੇ ਸਾਡੇ ਹੱਥ ਵਿੱਚ ਕੁਛ ਹੁੰਦਾ ਨਾ, ਫਿਰ ਤਾਂ ਅਸੀਂ ਸਾਰਾ ਕੁਛ ਲੈ ਲੈਣਾ ਸੀਗਾ। ਆਮ ਜੀਵ ਜਿਹੜੇ ਆ ਅਸੀਂ, ਜੇ ਸਾਡੇ ਹੱਥ ਵਿੱਚ ਹੁੰਦਾ ਤਾਂ ਅਸੀਂ ਸਾਰਾ ਕੁਛ ਖੋਹ ਲੈਂਦੇ ਦੁਨੀਆ ਦੇ ਵਿੱਚ, ਆਪਣਾ ਕਰ ਦਿੰਦੇ। ਪਰ ਮਹਾਰਾਜ ਨੇ ਦੱਸਿਆ ਕਿ ਅਸੀਂ ਇੱਦਾਂ ਨਹੀਂ ਕਰ ਸਕਦੇ, ਸੰਸਾਰ ਵਿੱਚ ਸਾਰਾ ਪ੍ਰਮਾਤਮਾ ਦੇ ਹੱਥ ਵਿੱਚ ਆ। ਜੋ ਤਿਸ ਭਾਵੈ ਸੋਈ ਕਰਾਵੇ, ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ। ਜੇ ਜੀਵ ਦੇ ਹੱਥ ਵੱਸ ਕੁਛ ਹੁੰਦਾ ਤਾਂ ਇਹਨੇ ਸਾਰਾ ਕੁਛ ਖੋਹ ਲੈਣਾ ਸੀ, ਸਭ ਤੋਂ ਅਮੀਰ ਬਣ ਜਾਣਾ ਸੀ। ਮਹਾਰਾਜ ਕਹਿੰਦੇ ਜੋ ਤਿਸ ਭਾਵੈ ਸੋਈ ਕਰੇ, ਪਰ ਜੋ ਭਾਉਂਦਾ ਪ੍ਰਮਾਤਮਾ ਨੂੰ ਉਹੀ ਪ੍ਰਮਾਤਮਾ ਕਰਦਾ ਹੈ। ਜਿਹੜਾ ਮਨ ਆ ਉਹ ਅਣਜਾਣਤ ਆ, ਉਹ ਮਤਲਬ ਕਿ ਇਸ ਨੇ ਜਿਹੜਾ ਗਿਆਨ ਆ ਪਾਸੇ ਰੱਖ ਦਿੱਤਾ ਗਿਆਨ, ਅਤੇ ਇਹ ਬਿੱਖ ਦੇ ਵਿੱਚ, ਜ਼ਹਿਰ ਦੇ ਵਿੱਚ ਰਚਣ ਲੱਗ ਪਿਆ। ਅਣਜਾਣਤ ਬਿਖਿਆ ਮੇ ਰਚੈ। ਜੇ ਇਹਨੂੰ ਜਾਣਕਾਰੀ ਹੁੰਦੀ, ਉਹ ਗਿਆਨ ਨੂੰ ਪਾਸੇ ਨਹੀਂ ਨਾ ਛੱਡਦਾ ਅਤੇ ਆਪਣੇ ਆਪ ਨੂੰ ਇਹ ਬਚਾਉਂਦਾ। ਜੇ ਜਾਣਤ ਆਪਨ ਆਪ ਬਚੈ। ਇਹ ਭਰਮ ਦੇ ਵਿੱਚ ਪੈ ਗਿਆ ਸਾਡਾ ਮਨ, ਭਰਮਦਾ ਆ ਅਤੇ ਫਿਰ ਭੁੱਲਿਆ ਹੋਇਆ 10 ਦਿਸ਼ਾਵਾਂ ਦੇ ਵਿੱਚ ਭੱਜਦਾ, ਹੁਣ ਟਿਕਦਾ ਨਹੀਂ ਨਾ। ਪਰਮੇ ਭੂਲਾ ਦੈ ਦਿਸ ਧਾਵੈ, ਨਿਮਖ ਮਾਹੇ 4 ਕੁੰਡ ਫਿਰਾਵੈ। ਇੱਕ ਨਿਮਖ ਦੇ ਵਿੱਚ ਇਹ 4 ਕੁੰਡਾਂ ਨੂੰ ਫਿਰਾਉਂਦਾ ਹੈ ਸਾਡਾ ਮਨ ਜਿਹੜਾ ਆ। ਜਿਸ 'ਤੇ ਮਹਾਰਾਜ ਕਿਰਪਾ ਕਰਦੇ ਆ ਨਾ, ਕੋਈ ਨਾ ਕੋਈ ਵਜ੍ਹਾ ਕਾਰਨ, ਕੋਈ ਤਰੀਕਾ ਅਪਣਾ ਕੇ ਜਾਂ ਸਿੱਧਾ ਹੀ ਮਨ ਨੂੰ ਭਗਤੀ ਵੱਲ ਨੂੰ ਲਾਉਂਦੇ ਆ, ਉਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਆ। ਮਹਾਰਾਜ ਕਹਿੰਦੇ ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਕਹਿੰਦੇ ਉਸ ਜਨ ਨੂੰ ਫਿਰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸੋ ਸਮਝੋ ਕਿ ਜੇ ਮਹਾਰਾਜ ਨੇ ਤੁਹਾਨੂੰ ਆਹ ਰਾਹ ਹੁਣ ਦਿਖਾਇਆ ਹੋਇਆ ਦੁਨੀਆ ਦੇ ਵਿੱਚ ਕਿ ਸਿਮਰਨ ਅਭਿਆਸ ਕਰਕੇ, ਭਗਤੀ ਕਰਕੇ ਉਹਨਾਂ ਨਾਲ ਮਿਲਾਪ ਕਰਨਾ, ਇਹ ਵੀ ਪ੍ਰਮਾਤਮਾ ਦੀ ਬਖਸ਼ਿਸ਼ ਆ। ਤਾਂ ਇਸ ਮਾਰਗ 'ਤੇ ਅਸੀਂ ਚੱਲੇ ਹੋਏ ਹਾਂ। ਉਂਝ ਅਸੀਂ ਕੀ ਕਰ ਸਕਦੇ ਆਮ ਜੀਵ ਇੱਥੇ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ। ਜੇ ਬੋਲਦਿਆਂ ਹੋਇਆਂ ਮੇਰੇ ਤੋਂ ਕੋਈ ਵੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮੁਆਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।